ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਦੀ ਆਨਲਾਈਨ ਜਮਾਤ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਬੱਚਿਓ, ਪਿਛਲੀ ਜਮਾਤ ਵਿੱਚ ਆਪਾਂ ਪੜ੍ਹ ਰਹੇ ਸੀ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲਾ ਬਲਦ। ਆਓ ਇੱਕ ਵਾਰੀ ਆਪਾਂ ਝਾਤ ਮਾਰਦੇ ਹਾਂ ਕਿ ਆਪਾਂ ਪਿੱਛੇ ਕੀ ਕੁਝ ਪੜ੍ਹਿਆ ਸੀ। ਆਪਾਂ ਇਸ ਕਹਾਣੀ ਵਿੱਚ ਪੜ੍ਹਿਆ ਸੀ ਕਿ ਕਰਮ ਸਿੰਘ ਤੇ ਮਾਨ ਸਿੰਘ ਦੋਵੇਂ ਪੱਕੇ ਯਾਰ ਸੀ, ਦੋਵੇਂ ਫੌਜੀ ਸੀ ਤੇ ਦੋਹਾਂ ਨੇ ਛੁੱਟੀ ਵਾਸਤੇ ਜਾਣਾ ਚਾਹੁੰਦੇ ਸੀ, ਪਰ ਮਾਨ ਸਿੰਘ ਨੂੰ ਛੁੱਟੀ ਮਿਲ ਗਈ ਸੀ ਤੇ ਕਰਮ ਸਿੰਘ ਨੂੰ ਨਹੀਂ ਮਿਲੀ ਸੀ। ਜਦੋਂ ਮਾਨ ਸਿੰਘ ਛੁੱਟੀ ਲੈ ਕੇ ਜਾ ਰਿਹਾ ਸੀ ਤਾਂ ਕਰਮ ਸਿੰਘ ਨੇ ਕਿਹਾ ਕਿ ਜਦ ਤੂੰ ਜਾਏਗਾ ਤਾਂ ਮੇਰੇ ਵੱਲ ਵੀ, ਮੇਰੇ ਘਰੇ ਵੀ ਹੋ ਆਈ, ਉੱਥੋਂ ਤੇਰੇ ਪਿੰਡ ਤੋਂ ਨੇੜੇ ਹੀ ਪੈਂਦਾ ਹੈ। ਤੇ ਕਰਮ ਸਿੰਘ ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਉਹ ਮਾਝੇ ਦੇ ਇਲਾਕੇ ਦਾ ਰਹਿਣ ਵਾਲਾ ਹੈ, ਬਹੁਤ ਮਿੱਠ ਬੋਲੜਾ ਹੈ, ਲੋਕਾਂ ਵਿੱਚ ਰਚਨ ਮਿਚਣ ਵਾਲਾ ਹੈ, ਉਹਦਾ ਨਿਸ਼ਾਨਾ ਬਹੁਤ ਵਧੀਆ ਹੈ, ਉਸਦੇ ਵਿੱਚ ਬਹੁਤ ਫੁਰਤੀਲਾ ਹੈ ਤੇ ਜੋਸ਼ ਵਾਲਾ ਹੈ। ਤੇ ਮਾਨ ਸਿੰਘ ਬਾਰ ਦੇ ਇਲਾਕੇ ਦਾ ਹੈ। ਇੱਥੇ ਮਾਝੇ ਤੇ ਬਾਰ ਦੇ ਇਲਾਕੇ ਬਾਰੇ ਵੀ ਗੱਲ ਕੀਤੀ ਗਈ ਹੈ। ਮੈਂ ਇਸ ਨੂੰ ਦੁਬਾਰਾ ਫਿਰ ਸਮਝਾ ਦਿੰਦੀ ਹਾਂ ਕਿ ਬਾਰ ਦਾ ਇਲਾਕਾ ਬਾਅਦ ਵਿੱਚ ਵਸਿਆ ਸੀ ਤੇ ਮਾਝੇ ਦਾ ਇਲਾਕਾ ਪੁਰਾਣਾ ਸੀ। ਪੁਰਾਣਾ ਹੋਣ ਕਰਕੇ ਉੱਥੋਂ ਦੇ ਲੋਕਾਂ ਨੇ ਬਹੁਤ ਸਾਰੀਆਂ ਲੜਾਈਆਂ ਦਾ ਸਾਹਮਣਾ ਕੀਤਾ ਸੀ ਤੇ ਬਹੁਤ ਸਾਰੇ ਸ਼ਹੀਦ ਹੋਏ ਸੀ, ਜਦ ਕਿ ਬਾਰ ਦੇ ਲੋਕਾਂ ਨੇ ਜ਼ਿਆਦਾ ਤਕਲੀਫਾਂ ਨਹੀਂ ਸਹਿਣ ਕੀਤੀਆਂ ਸੀ ਕਿਉਂਕਿ ਇਹ ਬਾਅਦ ਵਿੱਚ ਵਸਿਆ ਸੀ। ਤੇ ਜਦੋਂ ਮਾਨ ਸਿੰਘ ਕਰਮ ਸਿੰਘ ਦੇ ਘਰ ਜਾਂਦਾ ਹੈ, ਟਾਂਗੇ ਵਿੱਚ ਬੈਠ ਕੇ ਜਾਂਦਾ ਹੈ, ਤੇ ਉਹ ਇਸ ਆਸ ਨਾਲ ਜਾਂਦਾ ਹੈ ਕਿ ਸਾਰੇ ਪਰਿਵਾਰ ਵਾਲੇ ਉਸ ਦਾ ਬਹੁਤ ਮਹਿਮਾਨ ਨਿਵਾਜੀ ਕਰਨਗੇ, ਉਸ ਨੂੰ ਬਹੁਤ ਪਿਆਰ ਕਰਨਗੇ ਤੇ ਬਹੁਤ ਸਾਰੀਆਂ ਗੱਲਾਂ ਕਰਮ ਸਿੰਘ ਬਾਰੇ ਪੁੱਛਣਗੇ। ਪਰ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਨੇ ਮਹਿਮਾਨ ਨਿਵਾਜੀ ਤਾਂ ਕੀਤੀ, ਪਰ ਉਹ ਸਾਰੇ ਘੁੱਟੇ ਹੋਏ ਸੀ। ਕੋਈ ਦਿਲ ਖੋਲ੍ਹ ਕੇ ਗੱਲ ਨਹੀਂ ਕਰ ਰਿਹਾ ਸੀ। ਉਹ ਚਾਹੁੰਦਾ ਸੀ ਕਿ ਉਸਦੇ ਯਾਰ ਦੀਆਂ ਗੱਲਾਂ ਕੀਤੀਆਂ ਜਾਣ, ਪਰ ਕੋਈ ਵੀ ਉਸਦੇ ਨਾਲ ਕੋਈ ਗੱਲ ਨਹੀਂ ਸੀ ਕਰ ਰਿਹਾ। ਫਿਰ ਉਸਨੇ ਸੋਚਿਆ ਕਿ ਕਰਮ ਸਿੰਘ ਦਾ ਛੋਟਾ ਭਰਾ ਜਸਵੰਤ ਹੈ, ਸ਼ਾਇਦ ਉਹ ਮੇਰੇ ਨਾਲ ਕੋਈ ਗੱਲਾਂ ਬਾਤਾਂ ਕਰੇਗਾ, ਪਰ ਜਸਵੰਤ ਨੇ ਵੀ ਗੱਲਾਂ ਬਾਤਾਂ ਨਹੀਂ ਕੀਤੀਆਂ। ਜਸਵੰਤ ਮਾਨ ਸਿੰਘ ਨੂੰ ਲੈ ਕੇ ਸਾਰੇ ਇੱਧਰਲੇ ਗੁਰਦੁਆਰੇ ਦਿਖਾਉਣ ਵਾਸਤੇ ਲੈ ਕੇ ਜਾਂਦਾ ਹੈ। ਹੁਣ ਤੱਕ ਦੀ ਸਟੋਰੀ ਵਿੱਚ ਬੱਚਿਓ ਆਪਾਂ ਇੰਨਾ ਹੀ ਪੜ੍ਹਿਆ ਸੀ। ਅੱਗੇ ਆਪਾਂ ਪੜ੍ਹਦੇ ਹਾਂ ਕਿ ਅੱਗੇ ਕਹਾਣੀ ਵਿੱਚ ਕੀ ਹੁੰਦਾ ਹੈ। ਆਪਣੀ ਵਾਰੀ ਕਦੋਂ ਹੈ ਪਾਣੀ ਦੀ? ਜਦੋਂ ਮਾਨ ਸਿੰਘ ਚਾਹੁੰਦਾ ਸੀ ਕਿ ਉਹ ਜਸਵੰਤ ਨਾਲ ਗੱਲਾਂ ਕਰੇ, ਪਰ ਜਸਵੰਤ ਅੱਗੇ ਦੀਆਂ ਗੱਲਾਂ ਇੱਧਰ ਉੱਧਰਲੀਆਂ ਕਰੀ ਜਾਂਦਾ ਸੀ ਤੇ ਬਾਪੂ ਜੀ ਵੀ ਹੋਰ ਹੀ ਗੱਲਾਂ ਕਰੀ ਜਾਂਦੇ ਸੀ। ਆਪਣੀ ਵਾਰੀ ਕਦੋਂ ਹੈ ਪਾਣੀ ਦੀ? ਬੱਚਿਓ, ਪਾਣੀ ਦੀ ਵਾਰੀ ਹੁੰਦੀ ਹੈ ਕਿ ਜਦੋਂ ਖੇਤ ਦੇ ਵਿੱਚ ਖੂਹ ਦੇ ਵਿੱਚੋਂ ਪਾਣੀ ਆਉਂਦਾ ਹੈ ਤਾਂ ਵਾਰੀ ਵਜੇ, ਜਿਵੇਂ ਅੱਜ ਸੋਮਵਾਰ ਹੈ, ਅੱਜ ਇਸ ਦੀ ਪਾਣੀ ਦੀ ਵਾਰੀ ਹੈ, ਇੰਨੇ ਵਜੇ ਹੋਏਗੀ, ਮੰਗਲਵਾਰ ਨੂੰ ਦੂਜੇ ਖੇਤ ਵਾਲੇ ਦੀ, ਰਾਤ ਨੂੰ ਤੀਸਰੇ ਖੇਤ ਵਾਲੇ ਦੀ, ਬੁੱਧਵਾਰ ਨੂੰ ਚੌਥੇ ਖੇਤ ਵਾਲੇ ਦੀ। ਇਸ ਤਰ੍ਹਾਂ ਹੀ ਪੁੱਛਦੇ ਹਨ ਕਿ ਆਪਣੀ ਵਾਰੀ ਹੈ ਕਦੋਂ ਦੀ। ਪਰਸੋਂ 3 ਵਜੇ ਸਵੇਰੇ ਲੱਗਣੀ ਹੈ। 3 ਵਜੇ ਸਵੇਰ ਦਾ ਨਾਂ ਸੁਣ ਕੇ ਮਾਨ ਸਿੰਘ ਫਿਰ ਗੱਲ ਛੇੜੀ। ਉਹ ਆਪਣੇ ਯਾਰ ਦੀਆਂ ਗੱਲਾਂ ਰੱਜ ਕੇ ਕਰਨਾ ਚਾਹੁੰਦਾ ਸੀ। ਸੋ ਜਦੋਂ 3 ਵਜੇ ਦੀ ਗੱਲ ਹੋਈ, ਫਿਰ ਮਾਨ ਸਿੰਘ ਨੇ ਕਰਮ ਸਿੰਘ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੋਰ ਗੱਲ ਤੇ ਗੱਲ, ਕਰਮ ਸਿੰਘ ਪਹਿਰ ਰਾਤ ਉੱਠਣ ਤੋਂ ਤਾਂ ਬਚ ਗਿਆ। ਸੋ ਉਸਨੇ ਫਿਰ ਗੱਲਾਂ ਸ਼ੁਰੂ ਕਰ ਦਿੱਤੀਆਂ ਕਿ ਕਰਮ ਸਿੰਘ ਨੂੰ ਰਾਤ ਨੂੰ ਜਲਦੀ ਸਵੇਰੇ ਉੱਠਣਾ ਬਹੁਤ ਔਖਾ ਲੱਗਦਾ ਹੈ। ਫੌਜ ਵਿੱਚ ਸਵੇਰੇ ਉੱਠਣ ਦਾ ਬੜਾ ਆਲਸ ਹੈ ਉਹਨੂੰ, ਸਾਰਿਆਂ ਤੋਂ ਪਿੱਛੋਂ ਉੱਠਦਾ ਹੈ। ਉੱਥੇ ਇਸ ਨਾਲ ਵੀ ਕਿਸ ਦਾ ਉਤਸ਼ਾਹ ਨਹੀਂ ਜਾਗਿਆ। ਉਸਨੇ ਕਰਮ ਸਿੰਘ ਦੀ ਗੱਲ ਕੀਤੀ ਕਿ ਕਰਮ ਸਿੰਘ ਨੂੰ ਉੱਠਣਾ ਬਹੁਤ ਔਖਾ ਲੱਗਦਾ, ਬਹੁਤ ਆਲਸੀ ਹੈ। ਉਸ ਨੂੰ ਲੱਗਿਆ ਕਿ ਸ਼ਾਇਦ ਉਹਦੇ ਘਰ ਦੇ ਕੋਈ ਗੱਲ ਕਰਨਗੇ, ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਫਿਰ ਰੋਟੀ ਆ ਗਈ। ਉਹਨਾਂ ਕਾਫੀ ਉਚੇਚ ਕੀਤਾ ਹੋਇਆ ਸੀ। ਉਚੇਚਾ ਕਰਨਾ ਬੱਚਿਓ, ਬਹੁਤ ਧਿਆਨ ਰੱਖਣਾ। ਦਾਲ ਉਹਦੀ ਮਹਿਮਾਨ ਨਿਵਾਜੀ ਵਿੱਚ ਕਿ ਉਹਨੂੰ ਖਾਣ ਪੀਣ ਦਾ ਚੰਗਾ ਧਿਆਨ ਰੱਖਿਆ ਕੀਤਾ ਜਾ ਰਿਹਾ ਸੀ। ਨਾਲ ਜਸਵੰਤ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਚੱਲ ਰਿਹਾ ਸੀ। ਸੋ ਮਹਿਮਾਨ ਨਿਵਾਜੀ ਦੀ ਉਹਨਾਂ ਨੇ ਕਿਸੇ ਪਾਸਿਓਂ ਕਸਰ ਨਹੀਂ ਛੱਡ ਰਹੇ ਸੀ। ਮਾਨ ਸਿੰਘ ਰੋਟੀ ਖਾ ਰਿਹਾ ਹੈ ਤੇ ਜਸਵੰਤ ਉਹਨੂੰ ਪੱਖਾ ਚੱਲ ਰਿਹਾ। ਉਸ ਦਾ ਇਹ ਖਿਆਲ ਸੀ ਕਿ ਉਹ ਉਸ ਵੱਲ ਧਿਆਨ ਨਹੀਂ ਦੇ ਰਹੇ ਸਨ, ਦਿਲੋਂ ਨਿਕਲ ਗਿਆ। ਰੋਟੀ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਟੁਰਦਾ ਮਾਨ ਸਿੰਘ ਜੀ ਦੀ ਮੰਜੀ ਕੋਲ ਆ ਗਿਆ। ਜਦੋਂ ਮਾਨ ਸਿੰਘ ਰੋਟੀ ਖਾ ਰਿਹਾ ਸੀ ਤਾਂ ਕਰਮ ਸਿੰਘ ਦਾ ਛੋਟਾ ਬੱਚਾ ਰੋਟੀ ਖਾਂਦੇ ਹੋਏ, ਕਰਮ ਸਿੰਘ ਦਾ ਛੋਟਾ ਮੁੰਡਾ ਮਾਨ ਸਿੰਘ ਦੇ ਕੋਲ, ਉਹਦੀ ਮੰਜੀ ਕੋਲ ਆ ਕੇ ਉਹਦੇ ਕੋਲ ਆ ਗਿਆ। ਜੇ ਉਹ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਕਰ ਸਕਦਾ ਸੀ ਤਾਂ ਉਹਨੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਨਾ। ਉਹਨੇ ਆਪਣੇ ਮਨ ਸੋਚਿਆ ਕਿ ਹੋਰ ਤਾਂ ਕੋਈ ਗੱਲਾਂ ਨਹੀਂ ਕਰ ਰਿਹਾ, ਚਲੋ ਇਹ ਕਰਮ ਸਿੰਘ ਦਾ ਮੁੰਡਾ ਹੈ, ਮੈਂ ਇਸ ਦੇ ਨਾਲ ਗੱਲਾਂ ਕਰਦਾ ਹਾਂ। ਮਾਨ ਸਿੰਘ ਨੇ ਉਸ ਨੂੰ ਕੁੱਛੜ ਚੁੱਕ ਲਿਆ। ਕੁੱਛੜ ਚੁੱਕਣਾ ਬੱਚਿਓ ਕਹਿੰਦੇ ਨੇ ਗੋਦੀ ਚੁੱਕਣ ਨੂੰ। ਸੋ ਉਸਨੇ ਉਸਦੇ ਮੁੰਡੇ ਨੂੰ ਗੋਦੀ ਚੁੱਕ ਲਿਆ ਤਾਂ ਕਿ ਉਹਦੇ ਨਾਲ ਕੁਝ ਗੱਲਾਂ ਕਰ ਸਕੇ। ਓਏ ਆਪਣੇ ਬਾਪੂ ਕੋਲ ਚੱਲਣਾ ਹੈ?
ਸੋ ਉਸ ਬੱਚੇ ਨੂੰ ਕਹਿੰਦਾ ਹੈ ਵੀ ਤੂੰ ਆਪਣੇ ਬਾਪੂ ਜਾਣੀ ਕਿ ਕਰਮ ਸਿੰਘ ਕੋਲੇ, ਕਹਿੰਦੇ ਤੂੰ ਚੱਲਣਾ ਹੈ, ਜਾਣਾ ਹੈ ਤਾਂ ਚੱਲ ਮੇਰੇ ਨਾਲ। ਕਹਿੰਦੀ ਤੇਰਾ ਜਾਣਾ ਚਾਹੁੰਦਾ ਹੈ, ਮੈਂ ਵਾਪਸ ਜਾਣਾ, ਮੈਂ ਤੈਨੂੰ ਉਹਦੇ ਕੋਲ ਲੈ ਚੱਲਦਾ। ਬੜਾ ਮੀਂਹ ਪੈਂਦਾ ਉੱਥੇ, ਪਾਣੀ ਵਿੱਚ ਤੁਰਿਆ ਫਿਰੀ। ਸੋ ਬੱਚਿਆਂ ਨੂੰ ਪਾਣੀ ਬੜਾ ਪਸੰਦ ਹੁੰਦਾ ਹੈ। ਉਹ ਕਹਿੰਦੇ ਜਿੱਥੇ ਤੇਰਾ ਬਾਪੂ ਹੈ ਉੱਥੇ ਬਹੁਤ ਮੀਂਹ ਪੈਂਦਾ, ਤੂੰ ਪਾਣੀ ਵਿੱਚ ਖੇਡਿਆ ਕਰੀ। ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਵਾਂਗ ਚੁਭੀ। ਸੂਲ ਵਾਂਗ ਚੁਭੀ ਹੁੰਦਾ, ਸੂਲ ਹੁੰਦਾ ਕੰਡਾ, ਮਤਲਬ ਦਿਲ ਵਿੱਚ ਕਿਤੇ ਦਰਦ ਕਰ ਦਿੱਤਾ। ਉਸਨੂੰ ਇਹ ਗੱਲ ਬਹੁਤ ਹੀ ਬੁਰੀ ਲੱਗੀ, ਉਸਦੇ ਦਿਲ ਵਿੱਚ ਇਹ ਸੂਲ ਵਾਂਗ ਚੁੱਭ ਗਈ। ਆਹ ਫੜ ਲੈ ਮੁੰਡੇ ਨੂੰ ਉੱਧਰ ਰੱਖ। ਸੋ ਉਸਨੇ ਮੁੰਡੇ ਨੂੰ ਉਹਦੀ ਗੋਦੀ ਵਿੱਚੋਂ ਫੜ ਕੇ ਅੰਦਰੋਂ ਜਵਾਬ ਦਿੱਤੀ ਕਿ ਮੁੰਡੇ ਨੂੰ ਇੱਧਰ ਰੱਖੋ, ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਨਾਲ। ਕਹਿੰਦੇ ਵੀ ਕਿਸੇ ਨੇ ਰੋਟੀ ਖਾਣੀ, ਉਹਨੂੰ ਰੋਟੀ ਖਾਣ ਦਿਓ, ਤੁਸੀਂ ਬੱਚੇ ਨੂੰ ਕਿਉਂ ਇੱਧਰ ਭੇਜਿਆ ਹੋਇਆ ਹੈ। ਬਾਪੂ ਨੂੰ ਜਰਾ ਤੇਜ਼ ਹੋ ਕੇ ਕਿਹਾ ਤੇ ਬੇਬੇ ਆ ਕੇ ਮੁੰਡਾ ਚੁੱਕ ਕੇ ਲੈ ਗਈ। ਤੇਜ਼ ਹੋ ਕੇ ਕਿਹਾ, ਬਾਪੂ ਨੇ ਜਰਾ ਗੁੱਸੇ ਵਿੱਚ ਕਿਹਾ ਕਿ ਮੁੰਡੇ ਨੂੰ ਚੱਕ ਕੇ ਉੱਧਰ ਲੈ ਜਾਓ, ਤੇ ਬੇਬੇ ਨੇ ਆ ਕੇ ਮੁੰਡਾ ਚੁੱਕ ਕੇ ਲੈ ਗਈ। ਹੁਣ ਤੇ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ। ਸੋ ਮਾਨ ਸਿੰਘ ਨੂੰ ਸਮਝ ਨਹੀਂ ਆ ਰਹੀ, ਉਹਦਾ ਸਾਹ ਬੜਾ ਔਖਾ ਹੋ ਰਿਹਾ ਹੈ ਕਿ ਕੋਈ ਵੀ ਗੱਲ ਕਰਮ ਸਿੰਘ ਦੀ ਨਹੀਂ ਕਰ ਰਹੇ। ਮੈਂ ਇਸ ਘਰ ਵਿੱਚ ਆਇਆ ਸੀ ਕਿ ਮੈਂ ਕਰਮ ਸਿੰਘ ਦੀਆਂ ਗੱਲਾਂ ਕਰਾਂਗਾ, ਕਿਉਂਕਿ ਮੇਰੇ ਯਾਰ ਨੇ ਕਿਹਾ ਸੀ ਕਿ ਤੂੰ ਮੇਰੀਆਂ ਸਾਰੀਆਂ ਗੱਲਾਂ ਦੱਸੇਂਗਾ ਤਾਂ ਮੇਰਾ ਮੇਲ ਮੇਰੇ ਘਰਦਿਆਂ ਨੂੰ ਹੋ ਜਾਏਗਾ, ਪਰ ਇਹ ਤਾਂ ਕੋਈ ਗੱਲ ਹੀ ਨਹੀਂ ਕਰ ਰਹੇ। ਸਾਹ ਲੈਣਾ ਨੂੰ ਔਖਾ ਹੋ ਗਿਆ, ਉਹਨੂੰ ਬਹੁਤ ਤਕਲੀਫ ਹੋ ਰਹੀ ਕਿ ਛੇਤੀ ਛੇਤੀ ਮੈਂ ਇੱਥੋਂ ਜਾਵਾਂ। ਇੱਧਰ ਦਾ ਪੈਂਡਾ ਮੁਕਾ ਕੇ ਉਸਦਾ ਛੇਤੀ ਛੇਤੀ ਮੁੜਨ ਨੂੰ ਜੀ ਕੀਤਾ। ਉਸ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛ-ਗਿੱਛ ਆਰੰਭੀ। ਸੋ ਉਸਨੇ ਸਵੇਰ ਦਾ ਸ਼ੁਰੂ ਕੀਤਾ ਕਿ ਮੈਂ ਜਾਣਾ ਹੈ, ਕਿੱਥੋਂ ਬੱਸ ਲੈਣੀ ਹੈ, ਕਿੱਥੋਂ ਟਾਂਗਾ ਲੈਣਾ ਹੈ। ਉਸਨੇ ਇਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਇੱਥੋਂ ਤਰਨ ਤਾਰਨ ਕਿੰਨਾ ਕੁ ਹੈ? 4 ਕੁ ਪੈਂਡਾ ਹੈ। ਸੋ ਉਸਨੇ ਪੁੱਛਿਆ ਕਿ ਵੀ ਕਿੰਨੀ ਕੁ ਦੂਰ ਹੈ ਤਰਨ ਤਾਰਨ? ਤਾਂ ਉਹਨਾਂ ਨੇ ਕਿਹਾ 4 ਮੀਲ ਹੈ। ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ। ਸੋ ਮਾਨ ਸਿੰਘ ਨੇ ਟਾਂਗੇ ਵਿੱਚ ਜਾਣਾ ਸੀ, ਉੱਥੇ ਤੱਕ ਉਹਨੇ ਕਿਹਾ ਵੀ ਟਾਂਗਾ ਮਿਲ ਜਾਏਗਾ ਮੈਨੂੰ ਸਵੇਰੇ ਸਵੇਰੇ, ਟਾਂਗੇ ਟੂੰਗਿਆਂ ਦਾ ਕੋਈ ਫਿਕਰ ਨਾ ਕਰ ਤੂੰ, ਜਸਵੰਤ ਨੂੰ ਤੇਰੇ ਨਾਲ ਘੱਲਾਂਗੇ। ਸੋ ਬਾਪੂ ਜੀ ਕਹਿੰਦੇ ਨੇ ਤੂੰ ਕਿਉਂ ਫਿਕਰ ਕਰ ਰਿਹਾ ਹੈ, ਟਾਂਗੇ ਦੀ ਫਿਕਰ ਨਾ ਕਰ, ਜਸਵੰਤ ਤੈਨੂੰ ਛੱਡ ਕੇ ਆਏਗਾ। ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਏ। ਉਹ ਸਾਰੇ ਇਸ ਗੱਲ 'ਤੇ ਮਾਨ ਸਿੰਘ ਰਾਜੀ ਸੀ। ਜਸਵੰਤ ਐਡਾ ਘੁੱਟਿਆ ਹੋਇਆ ਬੰਦਾ ਨਹੀਂ ਸੀ। ਸੋ ਮਾਨ ਸਿੰਘ ਨੂੰ ਕਿਹਾ, ਚੰਗਾ ਲੱਗਿਆ ਕਿ ਚਲੋ ਜਸਵੰਤ ਮੇਰੇ ਨਾਲ ਜਾਏਗਾ ਮੈਨੂੰ ਗੁਰਦੁਆਰਾ ਸਾਹਿਬ ਦਿਖਾਉਣ ਵਾਸਤੇ, ਮੇਰੇ ਨਾਲ ਕੋਈ ਗੱਲਬਾਤ ਕਰੇਗਾ। ਪਰ ਮਾਨ ਸਿੰਘ ਦੇ ਨਾਲ ਟੁਰਦਿਆਂ ਤਾਂ ਉਹ ਵੀ ਕੁਝ ਘੁੱਟਿਆ ਹੀ ਗਿਆ। ਸੋ ਜਦੋਂ ਮਾਨ ਸਿੰਘ ਦੇ ਨਾਲ ਜਸਵੰਤ ਜਾ ਰਿਹਾ ਸੀ, ਜਸਵੰਤ ਨੇ ਵੀ ਕੋਈ ਗੱਲ ਨਹੀਂ ਕੀਤੀ ਆਪਣੇ ਭਰਾ ਬਾਰੇ। ਜਿਹੜਾ ਜਾਣੂ ਬੰਦੂ ਉਹਨੂੰ ਰਾਹ ਵਿੱਚ ਮਿਲਦਾ, ਉਹਨੂੰ ਉਹ ਦੂਰੋਂ ਹੀ ਫਤਿਹ ਬੁਲਾ ਕੇ ਅਗਾਂਹ ਟੁਰ ਪੈਂਦਾ। ਰਸਤੇ ਵਿੱਚ ਪਿੰਡ ਵਾਲੇ ਲੋਕ ਮਿਲਦੇ ਸੀਗੇ ਤੇ ਉਹਨਾਂ ਨੂੰ ਦੂਰੋਂ ਹੀ ਸਤਿ ਸ੍ਰੀ ਅਕਾਲ ਬੁਲਾ ਕੇ ਅੱਗੇ ਚੱਲ ਪੈਂਦਾ ਸੀ ਤਾਂ ਕਿ ਕੋਈ ਗੱਲ ਨਾ ਕਰੇ। ਭਾਵੇਂ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਖਲੋ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ, ਉਸਨੇ ਕਿਹੜਾ ਰੋਜ਼-ਰੋਜ਼ ਇਸ ਪਾਸੇ ਆਉਣਾ ਸੀ। ਸੋ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਲੋਕਾਂ ਨਾਲ ਗੱਲਾਂ ਬਾਤਾਂ ਕਰੇ, ਉਹਨੂੰ ਕਰਮ ਸਿੰਘ ਦੀਆਂ ਗੱਲਾਂ ਦੱਸੇ ਲੋਕਾਂ ਨੂੰ, ਪਰ ਉਹ ਜਸਵੰਤ ਉਹਨਾਂ ਕੋਲ ਖੜਨ ਦਾ ਮੌਕਾ ਹੀ ਨਹੀਂ ਸੀ ਦੇ ਰਿਹਾ। ਕਰਮ ਸਿੰਘ ਨੇ ਤਾਂ ਬੜਾ ਜਸ ਖੱਟਿਆ ਹੈ ਫੌਜ ਵਿੱਚ, ਜਸ ਖੱਟਿਆ, ਨਾਮ ਖੱਟਿਆ, ਕਿਉਂਕਿ ਉਹਦਾ ਨਿਸ਼ਾਨਾ ਬਹੁਤ ਵਧੀਆ ਸੀ। ਸੋ ਉਸਨੇ ਜਸਵੰਤ ਨੂੰ ਕਿਹਾ ਕਿ ਜਸਵੰਤ ਤੇਰੇ ਭਰਾ ਨੇ ਫੌਜ ਵਿੱਚ ਬੜਾ ਨਾਮ ਖੱਟਿਆ ਹੈ, ਬੜਾ ਵਧੀਆ ਨਿਸ਼ਾਨਾ, ਸਾਰੇ ਲੋਕੀ ਬੜੀ ਤਾਰੀਫ ਕਰਦੇ ਨੇ ਸਾਰੇ ਫੌਜ ਵਾਲੇ, ਤੂੰ ਕਿਉਂ ਨਹੀਂ ਫੌਜ ਵਿੱਚ ਗਿਆ? ਕਹਿੰਦਾ ਵੀ ਤੂੰ ਵੀ ਫੌਜ ਵਿੱਚ ਜਾਣਾ ਚਾਹੀਦਾ ਸੀਗਾ। ਮਾਨ ਸਿੰਘ ਨੇ ਫਿਰ ਕਰਮ ਸਿੰਘ ਨੂੰ ਅੱਗੇ ਲੈ ਆਂਦਾ। ਸੋ ਮਾਨ ਸਿੰਘ ਨੇ ਫਿਰ ਕੋਸ਼ਿਸ਼ ਕੀਤੀ ਕਰਮ ਸਿੰਘ ਦੀ ਗੱਲ ਕਰਨ ਵਾਸਤੇ। ਜਸਵੰਤ ਇੱਕਦਮ ਇਕੱਠਾ ਹੋ ਗਿਆ। ਇੱਕਦਮ ਇਕੱਠਾ ਹੋਣਾ ਜਿਵੇਂ ਕੋਈ ਤਕਲੀਫ ਹੁੰਦੀ ਆ ਉਹਨੂੰ ਅੰਦਰੋਂ, ਉਹ ਇੱਕਦਮ ਇਕੱਠਾ ਹੋ ਗਿਆ ਕਿ ਜਦੋਂ ਉਸਨੂੰ ਇਹ ਕਿਹਾ ਗਿਆ ਕਿ ਤੂੰ ਕਿਉਂ ਨਹੀਂ ਜਾਂਦਾ ਫੌਜ ਵਿੱਚ। ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈ, ਜਿਵੇਂ ਕੋਈ ਚੋਰ ਚੋਰੀ ਕਰ ਰਿਹਾ ਹੋਵੇ ਅਤੇ ਆਪਾਂ ਉੱਪਰ ਚਲੇ ਜਾਈਏ ਤਾਂ ਇੱਕਦਮ ਘਬਰਾ ਜਾਂਦਾ ਨਾ, ਜਸਵੰਤ ਵੀ ਇੱਕਦਮ ਘਬਰਾ ਗਿਆ। ਕੁਝ ਠਹਿਰ ਕੇ ਉਸਨੇ ਕਿਹਾ, ਇੱਕ ਥੋੜ੍ਹਾ ਹੈ ਫੌਜ ਵਿੱਚ? ਉਹ ਕਹਿੰਦਾ ਠੀਕ ਹੈ, ਅਸੀਂ ਮਾਂ ਦੇ 2 ਪੁੱਤ ਹਾਂ, ਇੱਕ ਫੌਜ ਵਿੱਚ ਹੈ ਅਤੇ ਇੱਕ ਮੈਂ ਇੱਥੇ ਹਾਂ, ਅਤੇ ਇੱਕ ਦੇਸ਼ ਦੀ ਸੇਵਾ ਕਰ ਰਿਹਾ ਅਤੇ ਮੈਂ ਪਰਿਵਾਰ ਦੀ ਸੇਵਾ ਕਰ ਰਿਹਾ। ਚਰੀਆਂ ਕਮਾਦ ਕਿੱਡੇ ਕਿੱਡੇ ਹੋ ਗਏ ਨੇ ਆਪਣੇ ਵੱਲ। ਸੋ ਜਸਵੰਤ ਨੇ ਫਿਰ ਗੱਲ ਸ਼ੁਰੂ ਕਰ ਦਿੱਤੀ। ਉਹ ਫਿਰ ਫਸਲਾਂ ਦੀ ਗੱਲ ਕਰਨ ਲੱਗ ਗਿਆ, ਜਿੱਥੋਂ ਖੇਤਾਂ ਵਿੱਚੋਂ ਲੰਘ ਰਹੇ ਸੀ ਚਰੀ ਕਮਾਦ ਲੱਗੇ ਹੋਏ ਸੀਗੇ, ਫਸਲਾਂ ਦਾ ਚਾਰਾ ਹੁੰਦਾ ਚਰੀਆਂ, ਅਤੇ ਉਹ ਉਹਦੇ ਗੱਲ ਕਰਨ ਲੱਗ ਗਿਆ ਕਿ ਫਸਲਾਂ ਕਿੰਨੀਆਂ ਵੱਡੀਆਂ ਵੱਡੀਆਂ ਹੋ ਗਈਆਂ ਨੇ। ਇੱਕ ਚਰੀ ਦੀ ਪੈਲੀ ਹੋ ਗਈ ਬੱਚਿਓ ਖੇਤ ਕੋਲੋਂ ਲੰਘਦਿਆਂ ਜਸਵੰਤ ਨੇ ਗੱਲ ਚਲਾਈ। ਬੰਦੇ ਬੰਦੇ ਜਿੱਡੇ ਖੜੇ ਨੇ, ਪਰ ਉਸ ਦਾ ਦਿਲ ਇਸ ਗੱਲ ਵਿੱਚ ਨਹੀਂ ਸੀ। ਸੋ ਉਸਨੇ ਜਵਾਬ ਤਾਂ ਦਿੱਤਾ ਮਾਨ ਸਿੰਘ ਨੇ ਜਸਵੰਤ ਨੂੰ ਕਿ ਹਾਂ ਬਹੁਤ ਵੱਡੀ ਹੋ ਗਈ ਆ ਫਸਲ, ਪਰ ਉਹਦਾ ਦਿਲ ਨਹੀਂ ਕਰ ਰਿਹਾ ਸੀ ਕਿ ਉਹ ਫਸਲਾਂ ਦੀ ਗੱਲ ਕਰੇ। ਉਹ ਤਾਂ ਆਪਣੇ ਯਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਉਹ ਕਿਸ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ? ਉਹ ਆਪਣੇ ਯਾਰ ਕਰਮ ਸਿੰਘ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਪਿੰਡ ਮੁੜ ਕੇ ਮਾਨ ਸਿੰਘ ਪਿਛਾਂਹ ਜਾਣ ਦੀਆਂ ਸਲਾਹਾਂ ਵਿੱਚ ਸੀ। ਸੋ ਹੁਣ ਗੁਰਦੁਆਰੇ ਸਾਹਿਬ ਤਾਂ ਸਾਰੇ ਮੱਥਾ ਟੇਕ ਆਇਆ, ਕਿਉਂਕਿ ਉਹਨੂੰ ਕਰਮ ਸਿੰਘ ਨੇ ਕਿਹਾ ਸੀ, ਅਤੇ ਹੁਣ ਉਹ ਵਾਪਸ ਆਪਣੇ ਪਿੰਡ ਜਾਣਾ ਚਾਹੁੰਦਾ ਹੈ। ਅੰਮ੍ਰਿਤਸਰੋਂ ਰਾਤ ਦੀ ਗੱਡੀ ਚੜ੍ਹ ਕੇ ਉਹ ਸਵੇਰ ਵੇਲੇ ਫਿਰ ਪਿੰਡ ਅੱਪੜ ਸਕਦਾ ਸੀ।
ਆਪਣਾ ਮੀਨਸ ਪਹੁੰਚ ਸਕਦਾ ਸੀ। ਭਾਵੇਂ ਆਪੋ ਆਪਣੀ ਥਾਈਂ ਸਾਰਿਆਂ ਨੇ ਉਸ ਲਈ ਕਾਫੀ ਉਚੇਚ ਕੀਤੀ ਸੀ, ਪਰ ਉਸ ਨੂੰ ਇਸ ਫੇਰੇ ਦੀ ਉਮੀਦ ਤੋਂ ਬਹੁਤ ਘੱਟ ਸਵਾਦ ਆਇਆ ਸੀ। ਭਾਵੇਂ ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਮਾਨ ਸਿੰਘ ਦੀ ਮਹਿਮਾਨ ਨਵਾਜ਼ੀ ਵਿੱਚ ਕੋਈ ਕਸਰ ਨਾ ਰਹਿ ਜਾਏ, ਪਰ ਮਾਨ ਸਿੰਘ ਨੂੰ ਕੁਝ ਸਵਾਦ ਨਹੀਂ ਆਇਆ ਇਸ ਗੇੜੇ ਦਾ। ਉਹਨੂੰ ਆਪਣੇ ਯਾਰ ਦੇ ਘਰੇ ਆ ਕੇ ਕੋਈ ਸਵਾਦ ਨਹੀਂ ਆਇਆ। ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ। ਡਿਊਟੀ ਵਿੱਚ ਉਹ ਇਕੱਲਾ ਹੀ ਸੀ, ਸੋ ਉਹ ਡਿਊਟੀ ਵਿੱਚ ਬੈਠਾ ਹੈ, ਅੰਦਰ ਉਹਦੇ ਵਾਸਤੇ ਚਾਹ ਬਣਾਈ ਜਾ ਰਹੀ ਹੈ। ਸਾਹਮਣੇ ਗਲੀ ਵਿੱਚ ਝੋਲਾ ਬੱਚੇ ਹੁੰਦਾ ਥੈਲਾ, ਝੋਲਾ ਗਲ ਵਿੱਚ ਲਮਕਾਈ ਡਾਕੀਆ ਟੁਰਿਆ ਆਉਂਦਾ ਸੀ। ਜਦੋਂ ਬਾਹਰ ਡਿਊਟੀ 'ਚ ਬੈਠਾ ਹੋਇਆ ਤਾਂ ਇੱਕ ਡਾਕੀਆ ਪੋਸਟਮੈਨ ਚੱਲਿਆ ਆ ਰਿਹਾ ਹੈ। ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਟੁਰਦਾ ਟੁਰਦਾ ਸਿੱਧਾ ਹੀ ਲੰਘ ਜਾਵੇਗਾ। ਪਹਿਲਾਂ ਲੱਗਿਆ ਕਿ ਸ਼ਾਇਦ ਉਹ ਸਿੱਧਾ ਲੰਘ ਜਾਵੇਗਾ, ਪਰ ਫਿਰ ਉਹ ਡਿਊਟੀ ਵਿੱਚ ਆ ਕੇ ਮੰਜੀ 'ਤੇ ਬੈਠ ਗਿਆ ਅਤੇ ਜਿੱਥੇ ਮਾਨ ਸਿੰਘ ਬੈਠਾ ਸੀ ਉੱਥੇ ਉਹ ਡਾਕੀਆ ਆ ਕੇ ਉਹਦੇ ਕੋਲ ਬੈਠ ਗਿਆ। ਕੀ ਲਿਆਏ ਹੋ? ਸੋ ਮਾਨ ਸਿੰਘ ਨੇ ਪੁੱਛਿਆ ਡਾਕੇ ਨੂੰ ਵੀ ਤੁਸੀਂ ਕੀ ਲੈ ਕੇ ਆਏ ਹੋ? ਲਿਆਉਣਾ ਕੀ ਹੈ? ਆਹ ਪੈਨਸ਼ਨ ਹੈ ਵਿਚਾਰੇ ਕਰਮ ਸਿੰਘ ਦੀ। ਸੋ ਪੈਨਸ਼ਨ ਤਾਂ ਜਿਹੜਾ ਬੰਦਾ ਮਰ ਜਾਂਦਾ ਉਹਦੀ ਆਉਂਦੀ ਹੈ। ਸੋ ਡਾਕੇ ਨੇ ਕਿਹਾ ਕਿ ਮੈਂ ਪੈਨਸ਼ਨ ਲੈ ਕੇ ਆਇਆ ਵਿਚਾਰੇ ਕਰਮ ਸਿੰਘ ਦੀ। ਕਰਮ ਸਿੰਘ ਦੀ ਪੈਨਸ਼ਨ? ਕਰਮ ਸਿੰਘ ਮਾਰਿਆ ਗਿਆ? ਸੋ ਜਦੋਂ ਮਾਨ ਸਿੰਘ ਨੂੰ ਇੱਕਦਮ ਉਹਨੇ ਕਿਹਾ ਕਿ ਕਰਮ ਸਿੰਘ ਦੀ ਪੈਨਸ਼ਨ ਲੈ ਕੇ ਆਇਆ ਤਾਂ ਉਹਨੇ ਪੁੱਛਿਆ ਕਿ ਕਰਮ ਸਿੰਘ ਦੀ ਪੈਨਸ਼ਨ? ਉਹ ਮਰ ਗਿਆ? ਬਾਦਸ਼ਾਹ ਸਾਰਾ ਇਲਾਕਾ ਤਰਾਸ ਪਿਆ ਕਰਦਾ ਹੈ, ਤੁਸੀਂ ਉਹਦੇ ਘਰ ਬੈਠੇ ਪੁੱਛਦੇ ਹੋ ਕਰਮ ਸਿੰਘ ਮਾਰਿਆ ਗਿਆ? ਚਿੱਠੀ ਆਇਆ ਤਾਂ ਅੱਜ 15 ਦਿਨ ਹੋ ਗਏ ਨੇ। ਸੋ ਡਾਕੇ ਨੇ ਕਿਹਾ ਕਿ ਤੁਸੀਂ ਉਹਦੇ ਘਰੇ ਬੈਠੇ ਪੁੱਛ ਰਹੇ ਹੋ ਕਿ ਉਹ ਮਰ ਗਿਆ ਹੈ, ਉਹਨੂੰ ਮਰਿਆਂ ਤਾਂ 15 ਦਿਨ ਹੋ ਗਏ ਨੇ। ਸੋ ਸਾਰੇ ਇਲਾਕੇ ਦੇ ਵਿੱਚ ਤਾਂ ਲੋਕਾਂ ਨੂੰ ਇੰਨਾ ਅਫਸੋਸ ਹੋਇਆ ਕਿਉਂਕਿ ਉਹ ਇੰਨਾ ਮਿੱਠ ਬੋਲੜਾ ਸੀ, ਉਹ ਇੰਨੀਆਂ ਗੱਲਾਂ ਬਾਤਾਂ ਕਰਦਾ ਸੀ, ਇੰਨੇ ਮਿਲਵਰਤਨ ਵਾਲਾ ਸੀ, ਅਤੇ ਸਾਰੇ ਇਲਾਕੇ ਦੇ ਲੋਕ ਰੋ ਕੇ ਉਹਨਾਂ ਦਾ ਬੁਰਾ ਹਾਲ ਹੋਇਆ ਹੈ ਅਤੇ ਤੁਹਾਨੂੰ ਹਜੇ ਤੱਕ ਪਤਾ ਹੀ ਨਹੀਂ ਹੈ। ਅਤੇ ਬੱਚੇ ਜਦੋਂ ਮਾਨ ਸਿੰਘ ਛੁੱਟੀ ਆਇਆ ਸੀ ਪਿੱਛੋਂ ਕਰਮ ਸਿੰਘ ਦੀ ਮੌਤ ਹੋ ਗਈ ਸੀ ਅਤੇ ਇਹ ਗੱਲ ਮਾਨ ਸਿੰਘ ਨੂੰ ਨਹੀਂ ਪਤਾ ਸੀ। 2 ਕੁ ਵਾਰ ਮਾਨ ਸਿੰਘ ਦਾ ਸਾਹ ਕਾਲਾ ਜਿਹਾ ਆਇਆ। ਉਹਨੂੰ ਇੱਦਾਂ ਲੱਗਿਆ, ਕਾਲਾ ਮੀਨ ਛੇਤੀ ਉਹਨੂੰ ਜਿਵੇਂ ਸਾਹ ਦੀ ਕਮੀ ਹੋ ਰਹੀ ਹੋਵੇ। ਸਿਰ ਅਤੇ ਨੱਕ ਤੋਂ ਉਤਲੇ ਹਿੱਸੇ ਦੀ ਇੱਕ ਮੁੱਠੀ ਜਿਹੀ ਮਿਟ ਗਈ ਅਤੇ ਫਿਰ ਅੱਖਾਂ ਰਾਹੀਂ ਪਾਣੀ ਨਿਚੜਨ ਨਾਲ ਢਿੱਲੀ ਹੋਣ ਲੱਗ ਪਈ। ਸੋ ਇੱਕਦਮ ਉਹਦਾ ਸਰੀਰ ਪੂਰਾ ਸਟ੍ਰੈਸ ਵਿੱਚ ਆ ਗਿਆ, ਤਣਾਅ ਦੇ ਵਿੱਚ ਆ ਗਿਆ ਅਤੇ ਫਿਰ ਉਹਦੀਆਂ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪਿਆ। ਕਰਮ ਸਿੰਘ ਦੇ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ, ਉਹਦਾ ਨਿੱਕਾ ਜਿਹਾ ਮੁੰਡਾ ਉਸਨੂੰ ਰੋਣ ਵਿੱਚ ਮਦਦ ਦੇ ਰਹੇ ਸਨ। ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ, ਸੋ ਉਹਦਾ ਨਿੱਕਾ ਜਿਹਾ ਮੁੰਡਾ ਨੂੰ ਰੋਣ ਵਿੱਚ ਮਦਦ ਕਰ ਰਹੇ ਸੀ। ਸੋ ਬਾਪੂ ਜੀ ਵੀ ਕੋਲ ਆ ਗਏ। ਬਾਪੂ ਨੇ ਬਾਹਰੋਂ ਹੀ ਡਾਕਿਆ ਬੈਠ ਵੇਖ ਕੇ ਸਮਝ ਲਿਆ ਕਿ ਗੱਲ ਨਿਕਲ ਗਈ ਹੈ। ਗੱਲ ਨਿਕਲ ਜਾਣੀ ਮੀਨਜ਼ ਬਾਪੂ ਜੀ ਸਮਝ ਗਏ ਕਿ ਅਸੀਂ ਬੜੀ ਲੁਕੋ ਕੇ ਰੱਖ ਰਹੇ ਸੀ ਕਿ ਕਰਮ ਸਿੰਘ ਦੀ ਮੌਤ ਦਾ ਪਤਾ ਮਾਨ ਸਿੰਘ ਨੂੰ ਨਾ ਪਤਾ ਲੱਗੇ, ਕਿਉਂਕਿ ਮਾਨ ਸਿੰਘ ਛੁੱਟੀ ਆਇਆ ਹੋਇਆ ਹੈ ਅਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇੱਕ ਫੌਜੀ ਨੂੰ ਛੁੱਟੀ ਕਿੰਨੀ ਪਿਆਰੀ ਹੁੰਦੀ ਹੈ। ਉਹ ਨਹੀਂ ਚਾਹੁੰਦੇ ਸੀ ਬੱਚਿਓ ਕਿ ਮਾਨ ਸਿੰਘ ਦੀ ਛੁੱਟੀ ਖਰਾਬ ਕੀਤੀ ਜਾਵੇ, ਇਸ ਲਈ ਉਹ ਕਰਮ ਸਿੰਘ ਦੀ ਮੌਤ ਦਾ ਪਰਦਾ ਪਾ ਕੇ ਮਹਿਮਾਨ ਨਿਵਾਜੀ ਕਰ ਰਹੇ ਸੀ। ਪਰ ਉਹ ਜਦੋਂ ਵੀ ਕੋਈ ਕਰਮ ਸਿੰਘ ਦੀ ਗੱਲ ਕਰਦਾ ਸੀ ਤਾਂ ਸਾਰੇ ਘਰਦਿਆਂ ਤੋਂ ਇਹ ਗੱਲ ਨਹੀਂ ਹੁੰਦੀ ਸੀ। 8 ਪੈਰਾਂ ਦਾ ਦਬਾਅ ਢਿੱਲਾ ਹੋਇਆ ਅਤੇ ਅੱਥਰੂ ਵਗ ਤੁਰੇ। ਸੋ ਸਵੇਰ ਤੋਂ ਹੀ ਉਹ ਬੜੇ ਇਸ ਤਣਾਅ ਦੇ ਵਿੱਚ ਸੀ ਕਿ ਕੋਈ ਘਰ ਦਾ ਮੇਰੇ ਨਾਲ ਗੱਲ ਨਹੀਂ ਕਰ ਰਿਹਾ, ਪਰ ਹੁਣ ਜਦੋਂ ਸਾਹਮਣੇ ਅਸਲੀਅਤ ਆਈ ਤਾਂ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਦੋਵੇਂ ਢੇਰ ਚਿਰ ਕੋਲ ਬੈਠੇ ਆਪਣੇ ਆਪ ਨੂੰ ਹੌਲਾ ਕਰਦੇ ਰਹੇ। ਬਾਪੂ ਜੀ ਵੀ ਰੋਂਦੇ ਰਹੇ ਅਤੇ ਮਾਨ ਸਿੰਘ ਵੀ ਰੋਂਦਾ ਰਿਹਾ। ਕਿੰਨੀ ਦੇਰ ਬੈਠੇ ਹੋਏ ਇਸੇ ਗੱਲ ਦਾ ਅਫਸੋਸ ਕਰਦੇ ਰਹੇ। ਫਿਰ ਮਾਨ ਸਿੰਘ ਬੋਲਿਆ, ਤੁਸੀਂ ਮੈਨੂੰ ਆਉਂਦੇ ਨੂੰ ਕਿਉਂ ਨਹੀਂ ਦੱਸਿਆ? ਸੋ ਮਾਨ ਸਿੰਘ ਨੇ ਕਿਹਾ ਕਿ ਜਦੋਂ ਮੈਂ ਘਰ ਆਇਆ ਸੀ ਤੁਸੀਂ ਮੈਨੂੰ ਇਹ ਗੱਲ ਕਿਉਂ ਨਹੀਂ ਦੱਸੀ? ਬਾਪੂ ਜੀ ਅੱਗੋਂ ਕਹਿੰਦੇ, ਐਵੇਂ ਅਸਾਂ ਆਖਿਆ ਮੁੰਡਾ ਛੁੱਟੀ ਆਇਆ ਹੈ, ਇਹਦੀ ਛੁੱਟੀ ਖਰਾਬ ਨਾ ਹੋਏ। ਸੋ ਬੱਚਿਓ ਦੇਖ ਲਓ ਕਿੱਡਾ ਵੱਡਾ ਦਿਲ 'ਤੇ ਇੱਕ ਪੱਥਰ ਰੱਖ ਕੇ ਆਪਣੇ ਮੁੰਡੇ ਦੀ ਮੌਤ ਦਾ ਉਹਦੇ ਦੋਸਤ ਨੂੰ ਦੱਸਣਾ ਨਹੀਂ ਚਾਹੁੰਦੇ ਸੀ ਤਾਂ ਕਿ ਉਹਦੀ ਛੁੱਟੀ ਨਾ ਖਰਾਬ ਹੋ ਸਕੇ, ਕਿਉਂਕਿ ਉਹਨਾਂ ਨੂੰ ਆਪ ਪਤਾ ਸੀ ਕਿ ਫੌਜੀ ਨੂੰ ਛੁੱਟੀ ਕਿੰਨੀ ਪਿਆਰੀ ਹੁੰਦੀ ਹੈ। ਫੌਜੀ ਨੂੰ ਛੁੱਟੀ ਪਿਆਰੀ ਹੁੰਦੀ ਹੈ ਜਿੰਨੀ ਕਰਮ ਸਿੰਘ ਨੂੰ ਪਿਆਰੀ ਸੀ ਅਤੇ ਓਨੀ ਹੀ ਤੈਨੂੰ ਹੋਊ, ਸਗੋਂ ਬਹੁਤੀ ਹੋਊ। ਬਾਹਰ ਦੇ ਪਿੰਡ ਦੇ ਲੋਕ ਤਾਂ ਸਾਉਣ ਦੇ ਜੰਮਪਲ ਨੇ। ਬੱਚੇ ਸਾਉਣ ਦੇ ਜੰਮਪਲ ਕਿਹਾ ਗਿਆ, ਉੱਥੇ ਫਿਰ ਉਹੀ ਗੱਲ ਆ ਗਈ ਕਿ ਬਾਹਰ ਦੇ ਜਿਹੜੇ ਇਲਾਕੇ ਦੇ ਲੋਕ ਸੀ ਉਹਨਾਂ ਨੇ ਸੰਘਰਸ਼ ਘੱਟ ਕੀਤੇ ਸੀ ਕਿਉਂਕਿ ਬਾਅਦ ਵਿੱਚ ਵਸਿਆ ਸੀ। ਉਹਨਾਂ ਨੇ ਤਾਂ ਸਿਰਫ ਸੁੱਖ ਹੀ ਸੁੱਖ ਦੇਖੇ ਸੀ, ਪਰ ਜਦੋਂ ਸਾਡਾ ਭਾਰਤ ਗੁਲਾਮ ਸੀ ਜਿਹੜਾ ਉਦੋਂ ਸੰਘਰਸ਼ ਕੀਤਾ ਸੀ ਉਹ ਸਾਰਾ ਮਾਝੇ ਦੇ ਲੋਕਾਂ ਨੇ ਕੀਤਾ ਸੀ। ਸੋ ਕਹਿੰਦੇ ਵੀ ਤੂੰ ਤਾਂ ਭਾਈ ਬਾਹਰ ਦੇ ਇਲਾਕੇ ਵਾਲਾ ਹੈ, ਤੈਨੂੰ ਤਾਂ ਬਹੁਤ ਹੀ ਔਖਾ ਦਿਸਦਾ ਹੋਊਗਾ, ਤੂੰ ਉੱਥੋਂ ਦਾ ਜੰਮਪਲ ਹੈ, ਤੇਰੇ ਲਈ ਤਾਂ ਔਖਾਈ ਕੱਟਣੀ ਬਹੁਤ ਔਖੀ ਹੈ, ਸਾਨੂੰ ਤਾਂ ਆਦਤ ਪਈ ਹੋਈ ਆ ਔਖ ਕੱਟਣ ਦੀ। ਪਰ ਅਸੀਂ ਗੱਲ ਲੁਕਾਉਣ ਵਿੱਚ ਰਤਾ ਕਾਮਯਾਬ ਨਹੀਂ ਹੋਏ, ਐਵੇਂ ਬੇਸਵਾਦੀ ਹੀ ਕੀਤੀ। ਉਹ ਕਹਿੰਦੇ ਪਰ ਅਸੀਂ ਤੈਨੂੰ ਗੱਲ ਦੱਸ ਦਿੱਤੀ, ਸਾਡੀ ਗੱਲ ਨਿਕਲ ਆਈ ਅਤੇ ਅਸੀਂ ਇਹਦੇ ਵਿੱਚ ਬਹੁਤ ਬੇਸਵਾਦੀ ਕੀਤੀ, ਕੋਸ਼ਿਸ਼ ਕੀਤੀ ਸੀ ਕਿ ਇਹ ਗੱਲ ਅਸੀਂ ਨਾ ਦੱਸ ਸਕੀ।
ਸੋ ਬੱਚਿਓ, ਬਾਬੇ ਦੀ ਸਹਿਣ ਸ਼ਕਤੀ ਇੰਨੀ ਪ੍ਰਬਲ ਸੀ ਕਿ ਉਹ ਆਪਣੇ ਪੁੱਤਰ ਦੀ ਮੌਤ ਦੀ ਖਬਰ ਨੂੰ ਵੀ ਦੜ ਵੱਟ ਕੇ ਸਹਿ ਲੈਂਦਾ ਹੈ। ਬਾਬੇ ਦੀ ਸਹਿਣ ਸ਼ਕਤੀ ਇਸ ਕਰਕੇ ਵੱਧ ਚੁੱਕੀ ਹੈ ਕਿਉਂਕਿ ਜਿਨ੍ਹਾਂ ਪਿੰਡਾਂ ਦਾ ਉਹ ਜੰਮਪਲ ਹੈ, ਉੱਥੋਂ ਦੇ ਲੋਕਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਬਹੁਤ ਪ੍ਰਸਿੱਧ ਹਨ। ਇਸ ਕਰਕੇ ਉਹ ਵੱਡੀ ਤੋਂ ਵੱਡੀ ਗੱਲ ਨੂੰ ਵੀ ਹਜ਼ਮ ਕਰ ਜਾਣ ਦੀ ਸ਼ਕਤੀ ਰੱਖਦੇ ਹਨ। ਮੁੜਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ ਜਿਨ੍ਹਾਂ ਦਾ ਬਾਬਾ ਜੰਮਪਲ ਸੀ। ਸੋ ਜਦੋਂ ਵਾਪਸ ਜਾ ਰਿਹਾ ਸੀ, ਉਸਨੇ ਉਹ ਸਾਰੀਆਂ ਜਗ੍ਹਾ ਦੇਖੀ ਜਿੱਥੋਂ ਦਾ ਬਾਬਾ ਜੰਮਪਲ ਸੀਗਾ। ਜਿਹੜੀਆਂ ਪੀੜ੍ਹੀਆਂ ਵਿੱਚ ਇਹਨਾਂ ਲੋਕਾਂ ਦੀ ਭਾਰਤ 'ਤੇ ਧਾਵਾ ਕਰਨ ਵਾਲੇ ਲੜਨ ਮਰਨ ਦੀਆਂ ਕਹਾਣੀਆਂ ਦੱਸਦੀਆਂ ਸਨ। ਬੱਚਿਓ, ਬਾਬਾ ਅਜਿਹੇ ਇਲਾਕੇ ਦਾ ਜੰਮਪਲ ਸੀ ਜਿੱਥੋਂ ਦੀਆਂ ਪਿਛਲੀਆਂ ਪੀੜ੍ਹੀਆਂ ਭਾਰਤ 'ਤੇ ਧਾਵਾ ਕਰਨ ਵਾਲੇ ਨਾਲ ਮੁਕਾਬਲਾ ਕਰਨ ਵਿੱਚ ਸਭ ਤੋਂ ਅੱਗੇ ਸਨ। ਉਹ ਉੱਥੋਂ ਦੇ ਕੋਟ ਕਿਲੇ, ਮੜੀਆਂ ਅਤੇ ਸਮਾਧਾਂ ਨੂੰ ਪ੍ਰਣਾਮ ਕਰਦਾ ਹੈ ਜਿਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਸਾਰੀ ਦੁਨੀਆ ਵਿੱਚ ਪ੍ਰਸਿੱਧ ਹਨ। ਇਸ ਕਰਕੇ ਬਾਬੇ ਦੀ ਸਹਿਣ ਸ਼ਕਤੀ ਇੰਨੀ ਵਧੀ ਹੋਈ ਸੀ। ਸੋ ਬਾਬੇ ਦੀ ਸਹਿਣ ਸ਼ਕਤੀ ਬਹੁਤ ਵਧੀ ਹੋਈ ਸੀ। ਉਹਨੇ ਬਹੁਤ ਵੱਡਾ ਭੇਦ ਕੋਸ਼ਿਸ਼ ਕੀਤੀ ਸੀ ਕਿ ਮੈਂ ਛੁਪਾ ਕੇ ਰੱਖਾਂ। ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਮੈਂ ਇਹ ਦੁੱਖ ਨੂੰ ਆਪਣੇ ਅੰਦਰ ਹੀ ਰੱਖਾਂ ਅਤੇ ਮੈਂ ਮਾਨ ਸਿੰਘ ਨੂੰ ਕੋਈ ਤਕਲੀਫ ਨਾ ਦੇਵਾਂ। ਅਤੇ ਜਿਸ ਤਰ੍ਹਾਂ ਇੱਕ ਬੈਲ, ਇੱਕ ਬਲਦ ਧਰਤੀ ਦਾ ਭਾਰ ਚੁੱਕਦਾ ਹੈ, ਉਸ ਤਰ੍ਹਾਂ ਹੀ ਬਾਬੇ ਨੂੰ ਧਰਤੀ ਦਾ ਬਲਦ ਕਿਹਾ ਗਿਆ ਹੈ। ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਧੌਲ ਹੈ ਜੋ ਆਪਣੇ ਸਿਰਾਂ 'ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ। ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਰਮ ਸਿੰਘ ਦਾ ਪਿਤਾ ਉਹ ਧੌਲ ਹੈ ਜਿਹੜਾ ਭਾਰ ਥੱਲੇ ਦੱਬਿਆ ਹੋਣ ਪਿੱਛੋਂ ਵੀ ਲੋਕਾਂ ਦੇ ਭਾਰ ਚੁੱਕਣਾ ਚਾਹੁੰਦਾ ਹੈ। ਸੋ ਉਸਨੇ ਇੱਥੇ ਇਹ ਸੁਣਿਆ ਹੋਇਆ ਸੀ ਕਿ ਇੱਕ ਧਰਤੀ ਥੱਲੇ ਬਲਦ ਹੈ ਜਿਹੜੇ ਆਪਣੇ ਸਿੰਘਾਂ 'ਤੇ ਭਾਰ ਚੁੱਕਦਾ ਹੈ। ਉਸਨੇ ਇਹ ਕਰਮ ਸਿੰਘ ਦੇ ਬਾਪੂ ਦੀ ਤੁਲਨਾ ਉਸ ਧੌਲ ਨਾਲ ਕੀਤੀ ਜਿਸ ਨੇ ਬਹੁਤ ਸਾਰੇ ਦੁੱਖਾਂ ਨੂੰ ਆਪਣੇ ਅੰਦਰ ਛੁਪਾ ਕੇ ਮੇਰੀ ਛੁੱਟੀ ਨਾ ਖਰਾਬ ਹੋ ਜੇ ਇਸ ਗੱਲ ਦਾ ਧਿਆਨ ਰੱਖਣ ਲਈ ਮੈਨੂੰ ਮੇਰੇ ਯਾਰ ਦੀ ਮੌਤ ਬਾਰੇ ਵੀ ਨਹੀਂ ਦੱਸਿਆ। ਸੋ ਬੱਚਿਓ, ਇਹ ਸੀ ਸਟੋਰੀ ਧਰਤੀ ਹੇਠਲਾ ਬਲਦ। ਇੱਕ ਵਾਰੀ ਤੁਹਾਨੂੰ ਸ਼ਾਰਟ ਵਿੱਚ ਮੈਂ ਫਿਰ ਸਮਝਾ ਦਿੰਦੀ ਹਾਂ ਕਿ ਮਾਨ ਸਿੰਘ ਅਤੇ ਕਰਮ ਸਿੰਘ ਦੋਨੇ ਫੌਜੀ ਦੋਸਤ ਸੀ। ਮਾਨ ਸਿੰਘ ਛੁੱਟੀ ਕੱਟਣ ਆਇਆ ਸੀ ਅਤੇ ਫਿਰ ਉਸ ਤੋਂ ਬਾਅਦ ਕਰਮ ਸਿੰਘ ਦੇ ਸੁਭਾਅ ਬਾਰੇ ਦੱਸਿਆ ਗਿਆ। ਉਹਦਾ ਸੁਭਾਅ ਬਹੁਤ ਵਧੀਆ ਸੀ, ਉਹਦਾ ਨਿਸ਼ਾਨਾ ਬਹੁਤ ਚੰਗਾ ਸੀ। ਅਤੇ ਕਰਮ ਸਿੰਘ ਨੂੰ ਅਤੇ ਮਾਨ ਸਿੰਘ ਨੂੰ ਜਦੋਂ ਛੁੱਟੀ ਵਾਸਤੇ ਅਪਲਾਈ ਕੀਤਾ ਤਾਂ ਸਿਰਫ ਮਾਨ ਸਿੰਘ ਨੂੰ ਛੁੱਟੀ ਮਿਲੀ ਸੀ ਅਤੇ ਕਰਮ ਸਿੰਘ ਨੂੰ ਨਹੀਂ ਮਿਲੀ ਕਿਉਂਕਿ ਲੜਾਈ ਲੱਗੀ ਹੋਈ ਸੀ। ਅਤੇ ਕਰਮ ਸਿੰਘ ਨੇ ਮਾਨ ਸਿੰਘ ਨੂੰ ਕਿਹਾ ਕਿ ਉਸਦੇ ਪਿੰਡ ਵੀ ਜਾ ਕੇ ਆਵੇ। ਮਾਨ ਸਿੰਘ ਕਰਮ ਸਿੰਘ ਦੇ ਘਰ ਪੁੱਜਦਾ ਹੈ। ਉੱਥੇ ਜਾ ਕੇ ਉਹਨੂੰ ਸਭ ਦਾ ਸੁਭਾਅ ਕੁਝ ਬਹੁਤ ਅਜੀਬ ਜਿਹਾ ਲੱਗਦਾ ਹੈ, ਪਰ ਉਹਦਾ ਦਿਲ ਕਰਦਾ ਹੈ ਕਿ ਉਹ ਆਪਣੇ ਯਾਰ ਦੀਆਂ ਹੀ ਗੱਲਾਂ ਕਰੇ। ਅਖੀਰ ਜਸਵੰਤ ਸਿੰਘ ਮਾਨ ਸਿੰਘ ਨੂੰ ਤਰਨ ਤਾਰਨ ਲੈ ਕੇ ਜਾਂਦਾ ਹੈ, ਸਾਰੇ ਗੁਰਦੁਆਰਾ ਸਾਹਿਬ ਦਿਖਾ ਕੇ ਲੈ ਕੇ ਆਉਂਦਾ ਹੈ। ਪਰ ਬਾਅਦ ਵਿੱਚ ਡਾਕੇ ਦੇ ਆਉਣ 'ਤੇ ਭੇਦ ਖੁੱਲ੍ਹ ਜਾਂਦਾ ਹੈ ਕਿ ਕਰਮ ਸਿੰਘ ਲੜਾਈ ਵਿੱਚ ਮਾਰਿਆ ਗਿਆ। ਸੋ ਮਾਨ ਸਿੰਘ ਅਖੀਰ ਵਿੱਚ ਬਾਪੂ ਜੀ ਨੂੰ ਧਰਤੀ ਹੇਠਲਾ ਬਲਦ ਸਮਝਦਾ ਹੈ ਜਿਸ ਨੇ ਸਬਰ, ਸੰਤੋਖ, ਧੀਰਜ ਨਾਲ ਧਰਤੀ ਦਾ ਭਾਰ ਆਪਣੇ ਸਿੰਘਾਂ ਉੱਤੇ ਚੁੱਕਿਆ ਹੋਇਆ ਹੈ। ਸੋ ਬੱਚਿਓ, ਇਸ ਦੇ ਆਧਾਰ 'ਤੇ ਮੈਂ ਤੁਹਾਨੂੰ ਵਰਕਸ਼ੀਟ ਦੇਵਾਂਗੀ ਅਤੇ ਤੁਸੀਂ ਉਸਦੇ ਪ੍ਰਸ਼ਨ ਉੱਤਰ ਫੇਅਰ ਕਾਪੀ 'ਤੇ ਕਰਨੇ ਹਨ। ਧੰਨਵਾਦ।